ਜਦੋਂ ਆਪਾਂ ਆਇਲਸ ਕਰਦੇ ਹੈਗੇ ਹਾਂ ਤਾਂ ਪਹਿਲਾ ਕੁਐਸਚਨ ਇਹੀ ਹੁੰਦਾ ਕਿ ਰੀਡਿੰਗ ਨੂੰ ਕਿੱਦਾਂ ਜਿਹੜਾ ਈਜ਼ੀ ਬਣਾਇਆ ਜਾਵੇ, ਕਿਉਂਕਿ ਰੀਡਿੰਗ ਜਿਹੜਾ ਡਿਫੀਕਲਟ ਮੋਡਿਊਲ ਹੈ, ਠੀਕ ਆ। ਸਪੀਕਿੰਗ ਵੀ ਬੱਚੇ ਕਾਫੀ ਹੱਦ ਤੱਕ ਕਰ ਲੈਂਦੇ ਹੈਗੇ, ਲਿਸਨਿੰਗ ਵੀ ਹੋ ਜਾਂਦੀ, ਰਾਈਟਿੰਗ ਹੋ ਜਾਂਦੀ, ਜਸਟ ਰੀਡਿੰਗ 'ਚ ਪ੍ਰੋਬਲਮ ਆਉਂਦੀ ਕਿਉਂਕਿ ਆਪਣੇ ਕੋਲ ਇੰਨੀ ਵਕੈਬ ਨਹੀਂ ਹੁੰਦੀ ਹੈਗੀ ਗੀ, ਹੈ ਨਾ। ਅਤੇ ਕੁਐਸਚਨਸ ਦਾ ਪਤਾ ਨਹੀਂ ਲੱਗਦਾ ਕਿ ਆਪਾਂ ਕਿੱਦਾਂ ਸੋਲਵ ਕਰੀਏ। ਪਰ ਜੇ ਇੱਕ ਗੱਲ ਆਪਾਂ ਅੱਜ ਕਰੀਏ ਕਿ ਜਿਹੜੀ ਰੀਡਿੰਗ ਹੁੰਦੀ ਹੈ ਨਾ, ਉਹ ਇਹਦਾ ਮਤਲਬ ਇਹ ਨਹੀਂ ਹੈਗਾ ਗਾ ਕਿ ਜੇ ਆਪਣੇ ਕੋਲ ਵਕੈਬ ਹੈ ਤਾਂ ਆਪਾਂ ਤਾਂ ਹੀ ਕਰ ਸਕਦੇ ਹਾਂ, ਆਪਾਂ ਨੂੰ ਹਰ ਇੱਕ ਵਰਡ ਦਾ ਮੀਨਿੰਗ ਪਤਾ ਹੋਵੇ, ਆਪਾਂ ਰੀਡਿੰਗ ਤਾਂ ਹੀ ਸੋਲਵ ਕਰ ਸਕਦੇ। ਵਿਦਆਊਟ ਇਹਦੇ ਵੀ ਆਪਾਂ ਰੀਡਿੰਗ ਕਾਫੀ ਹੱਦ ਤੱਕ ਜਿਹੜੀ ਹੈਗੀ ਸੋਲਵ ਕਰ ਸਕਦੇ, ਕਿਉਂਕਿ ਜਸਟ ਟਿਪਸ 'ਤੇ ਬੇਸਡ ਆ। ਆਪਾਂ ਟਿਪਸ ਦੀ ਗੱਲ ਕਰਨੀ ਆ ਅੱਜ, ਮੈਂ ਤੁਹਾਨੂੰ ਇਹ ਜਿਹੜੇ ਇੱਕ ਟਿਪ ਆ ਨਾ ਉਹ ਦੱਸੂਗੀ, ਟਰੂ ਫਾਲਸ ਨੋਟ ਗਿਵਨ ਕਰਨੇ ਅੱਜ ਆਪਾਂ। ਅਤੇ ਇਹ ਮੇਰਾ ਪ੍ਰੋਮਿਸ ਹੈ ਕਿ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਹਾਨੂੰ ਟਰੂ ਫਾਲਸ ਐਂਡ ਨੋਟ ਗਿਵਨ 'ਚ ਕੋਈ ਪ੍ਰੋਬਲਮ ਨਹੀਂ ਆਏਗੀ। ਅੱਜ ਆਪਾਂ ਦੇਖੀਏ ਪਹਿਲਾਂ ਪੈਸਿਸ ਕੀ ਆਪਣੇ ਕੋਲੇ। ਪੈਸਿਸ ਹੈਗਾ ਹੌਟ ਏਅਰ ਬਲੂਨਿੰਗ। ਪੈਸਿਸ ਦਾ ਨੇਮ ਥੋੜ੍ਹਾ ਜਿਹਾ ਜਸਟ ਆਪਾਂ ਇੱਕ ਵਾਰੀ ਮਾੜਾ ਸੈਕਿੰਡ ਵਿੱਚ ਪੜ੍ਹਿਆ ਜਾਂਦਾ, ਆਪਾਂ ਪੜ੍ਹ ਲਈਏ ਕਿਉਂਕਿ ਇਹਦੇ ਨਾਲ ਨਾ ਇਹ ਆਪਣਾ ਇੰਟਰਸਟ ਬਣ ਜਾਂਦਾ। ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਹੌਟ ਏਅਰ ਮਤਲਬ ਬਲੂਨ ਦੀ ਗੱਲ ਹੋਈ ਹੋਊਗੀ, ਠੀਕ ਆ। ਡਾਇਰੈਕਟ ਕੁਐਸਚਨਸ 'ਤੇ ਜਾਂਦੇ ਹਾਂ। ਹੁਣ ਦੇਖੋ, ਹੁਣ ਆਪਾਂ ਟਿਪਸ ਦੀ ਗੱਲ ਕਰਨ ਲੱਗੇ ਹਾਂ। ਟਿਪਸ ਨੂੰ ਚੰਗੀ ਤਰ੍ਹਾਂ ਸਮਝ ਲਓ ਕਿ ਅਪਲਾਈ ਕਿੱਦਾਂ, ਪਤਾ ਹੋਣਾ ਹੀ ਜ਼ਰੂਰੀ ਨਹੀਂ ਗਾ, ਹੈ ਨਾ। ਵੀ ਟਿਪਸ ਵੀ ਆਪਾਂ ਨੂੰ ਪਤਾ ਹੈ, ਹਾਂਜੀ ਇੱਦਾਂ ਆਪਾਂ ਨੂੰ ਪਤਾ ਵੀ ਹੋਵੇ ਅਪਲਾਈ ਕਿੱਦਾਂ ਕਰਨੀਆਂ ਅਤੇ ਉਹ ਵਰਕ ਕਰਦੀਆਂ ਜਾਂ ਨਹੀਂ ਕਰਦੀਆਂ, ਠੀਕ ਆ। ਰੀਡਿੰਗ ਅੱਜ ਆਪਾਂ ਬਿਲਕੁਲ ਟਿਪਸ 'ਤੇ ਕਰ ਲੈਣੀ ਹੈਗੀ ਹੈ, ਟਿਪਸ ਬੇਸਡ ਬਣਾ ਲੈਣੀ ਹੈ ਕਿ ਆਪਾਂ ਨੂੰ ਕੋਈ ਪ੍ਰੋਬਲਮ ਹੀ ਨਾ ਆਵੇ, ਭਾਵੇਂ ਉਹ ਡਿਫੀਕਲਟ ਰੀਡਿੰਗ ਹੋਵੇ ਚਾਹੇ ਉਹ ਈਜ਼ੀ ਰੀਡਿੰਗ ਹੋਵੇ, ਠੀਕ ਆ। ਫਸਟ ਆਪਾਂ ਕੁਐਸਚਨ ਦੀ ਗੱਲ ਕਰੀਏ, ਪਹਿਲਾਂ ਤਾਂ ਟਿਪ ਫਸਟ ਇਹ ਹੈ ਕਿ ਇੰਸਟਰਕਸ਼ਨ ਜਿਹੜੀਆਂ ਨੇ ਉਹ ਆਪਾਂ ਕੇਅਰਫੁਲੀ ਪੜ੍ਹਨੀਆਂ, ਕਿਉਂਕਿ ਵਿਦਆਊਟ ਇੰਸਟਰਕਸ਼ਨ ਪੜ੍ਹੇ ਜੇ ਆਪਾਂ ਕਰਦੇ ਹਾਂ ਨਾ ਅਤੇ ਸਮਟਾਈਮ ਜਿਹੜੇ ਕੁਐਸਚਨਸ ਹੈਗੇ ਆ ਗਲਤ ਹੋ ਜਾਂਦੇ ਆ। ਲਾਈਕ ਜਿੱਦਾਂ ਟਰੂ ਆ ਆਪਣੇ ਕੋਲ, ਆਪਾਂ ਯੈਸ ਲਾ ਦਈਏ, ਹੈ ਨਾ, ਸੋ ਆਪਣਾ ਰੋਂਗ ਹੋਊਗਾ, ਚਾਹੇ ਉਹਦਾ ਆਨਸਰ ਮਤਲਬ ਟਰੂ ਯੈਸ ਸੇਮ ਮੀਨਿੰਗ ਆ, ਬਟ ਫਿਰ ਵੀ ਆਪਣਾ ਰੋਂਗ ਹੋਊਗਾ। ਸੋ ਆਪਾਂ ਟਰੂ ਐਂਡ ਟਰੂ ਲਾਉਣਾ, ਫਾਲਸ ਤੋਂ ਫਾਲਸ ਲਾਉਣਾ, ਨੋਟ ਗਿਵਨ ਤਾਂ ਸੇਮ ਹੁੰਦਾ ਯੈਸ ਨੋ 'ਚ ਵੀ, ਠੀਕ ਆ। ਕਿਉਂਕਿ ਇੱਕ ਟਾਈਪ ਇਹਦੀ ਯੈਸ ਨੋ ਹੁੰਦੀ ਹੈ ਨਾ, ਟਰੂ ਫਾਲਸ ਦੀ। ਸੋ ਇਹਨਾਂ ਦਾ ਆਪਾਂ ਟਰੂ ਫਾਲਸ ਅਤੇ ਯੈਸ ਨੋ ਦਾ ਧਿਆਨ ਰੱਖਣਾ, ਨੋਟ ਗਿਵਨ ਸੇਮ ਹੁੰਦਾ। ਦੇਖੋ, ਆਪਾਂ ਨੋਟ ਗਿਵਨ ਦੀ ਵੀ ਗੱਲ ਕਰਨੀ ਹੈਗੀ। ਨੋਟ ਗਿਵਨ 'ਚ ਬੱਚੇ ਕਹਿ ਦਿੰਦੇ ਹੈਗੇ ਸਾਨੂੰ ਜਿਹੜੀ ਲੋਕੇਸ਼ਨ ਨਹੀਂ ਮਿਲੀ ਉਹ ਨੋਟ ਗਿਵਨ ਆ, ਪਰ ਨਹੀਂ, ਨੋਟ ਗਿਵਨ ਦੀ ਲੋਕੇਸ਼ਨ ਹੁੰਦੀ ਆ ਪੈਸਿਸ 'ਚ। ਨੋਟ ਗਿਵਨ ਦਾ ਇਹ ਨਹੀਂ ਮਤਲਬ ਹੈਗਾ ਕਿ ਲੋਕੇਸ਼ਨ ਹੁੰਦੀ ਆ, ਇਨਫੋਰਮੇਸ਼ਨ ਨਹੀਂ ਹੁੰਦੀ। ਆਪਾਂ ਨੂੰ ਸਪੈਸ਼ਲੀ ਮੈਂਸ਼ਨ ਇੱਥੇ ਵੀ ਕੀਤਾ ਗਿਆ ਹੁੰਦਾ, ਨੋਟ ਗਿਵਨ ਇਫ ਦੇਰ ਇਜ਼ ਨੋ ਇਨਫੋਰਮੇਸ਼ਨ ਔਨ ਦਿਸ। ਜੇ ਇਨਫੋਰਮੇਸ਼ਨ ਹੈ ਨਹੀਂ ਗੀ, ਲੋਕੇਸ਼ਨ ਹੁੰਦੀ ਆ, ਠੀਕ ਆ। ਲੋਕੇਸ਼ਨ ਮਿਲਣ 'ਤੇ ਆਪਾਂ ਨੂੰ ਲੱਗਦਾ ਕਿ ਇਨਫੋਰਮੇਸ਼ਨ ਵੀ ਹੈਗੀ। ਇਨਫੋਰਮੇਸ਼ਨ ਵੇਖਣੀ ਜਿੰਨੀ ਕੁਐਸਚਨ 'ਚ ਕੀਤੀ ਗਈ ਉਨੀ ਮਿਲੀ ਆਪਾਂ ਨੂੰ ਪੈਸਿਸ ਦੇ ਵਿੱਚ। ਅੱਜ ਆਪਾਂ ਦੇਖਦੇ ਹਾਂ, ਫਸਟ ਕੁਐਸਚਨ ਸੋਲਵ ਕਰਦੇ ਹਾਂ। ਦ ਮੌਂਟਗੋਲਫੀਅਰ ਬ੍ਰਦਰਸ ਵਰ ਦ ਫਸਟ ਪੀਪਲ। ਉਹ ਕਹਿੰਦੇ ਪਹਿਲੇ ਉਹ ਜਿਹੜੇ ਬ੍ਰਦਰ ਸੀ, ਹੈ ਨਾ, ਉਹ ਪਹਿਲੇ ਪੀਪਲ ਸੀਗੇ ਜਿਨ੍ਹਾਂ ਨੇ ਕੀ ਕੀਤਾ ਸੀ, ਫਲਾਈ ਇਨ ਅ ਹੌਟ ਏਅਰ ਬਲੂਨ। ਜਿਹੜਾ ਹੌਟ ਏਅਰ ਬਲੂਨ ਹੁੰਦਾ ਉਹ ਕਹਿੰਦੇ ਉਹਦੇ ਵਿੱਚ ਜਿਹੜੇ ਪਹਿਲੇ ਪੈਸੇਂਜਰ ਇਹ ਬਣੇ ਸੀਗੇ, ਠੀਕ ਆ, ਬ੍ਰਦਰਸ। ਕੀਵਰਡ ਪਿਕਅਪ ਕਰਨੇ ਆ, ਠੀਕ ਆ। ਕੀਵਰਡ ਕੀ ਆਪਣੇ ਕੋਲ, ਬ੍ਰਦਰਸ, ਦ ਮੌਂਟਗੋਲਫੀਅਰ ਬ੍ਰਦਰਸ, ਠੀਕ ਆ। ਆਪਾਂ ਪੀਪਲ, ਫਲਾਈ, ਠੀਕ ਆ, ਫਲਾਈ ਆਪਾਂ ਨੂੰ ਮਿਲ ਜਾਵੇ। ਅਤੇ ਹੌਟ ਏਅਰ ਬਲੂਨ ਦੀ ਤਾਂ ਗੱਲ ਹੀ ਹੋ ਰਹੀ ਹੈ ਪੈਸੇ ਵਿੱਚ, ਹੌਟ ਏਅਰ ਬਲੂਨ ਨਹੀਂ ਆਪਾਂ ਲਵਾਂਗੇ ਕੀਵਰਡ ਕਿਉਂਕਿ ਇਹ ਹਰ ਜਗ੍ਹਾ 'ਤੇ ਹੋਊਗਾ, ਠੀਕ ਆ। ਸੋ ਆਪਾਂ ਇੱਕ ਬ੍ਰਦਰਸ ਲੈ ਲਿਆ, ਹੈ ਨਾ, ਅਤੇ ਇੱਕ ਫਲਾਈ ਲੈ ਲਿਆ। ਜਸਟ ਆਪਾਂ ਕੁਐਸਚਨ 'ਤੇ ਚੱਲਦੇ ਹਾਂ। ਦੇਖੋ, ਇੱਕ ਇਹ ਵੀ ਗੱਲ ਹੈਗੀ ਹੈ, ਫਸਟ ਕੁਐਸਚਨ ਤਾਂ ਪੈਸਿਸ ਦੇ ਸ਼ੁਰੂ ਵਿੱਚ ਹੀ ਹੋਊਗਾ, ਸੋ ਆਪਾਂ ਜ਼ਿਆਦਾ ਨਹੀਂ ਮਤਲਬ ਕਿ ਨੀਚੇ ਜਾਵਾਂਗੇ। ਫਸਟ ਜਾਂ ਸੈਕਿੰਡ ਪੈਰਾਗ੍ਰਾਫ 'ਚ ਦੇਖੀਏ, ਹੁਣ ਆਪਾਂ ਨੂੰ ਮਿਲ ਗਿਆ, ਠੀਕ ਆ, ਬ੍ਰਦਰਸ ਮਿਲ ਗਿਆ, ਮੌਂਟਗੋਲਫੀਅਰ ਮਿਲ ਗਿਆ, ਬ੍ਰਦਰਸ ਮਿਲ ਗਿਆ, ਆਪਾਂ ਨੂੰ ਪਤਾ ਲੱਗ ਗਿਆ ਉਹਨਾਂ ਦੀ ਗੱਲ ਹੋ ਰਹੀ ਆ। ਨੈਕਸਟ ਆਪਾਂ ਦੇਖ ਲਈਏ ਹੋਰ ਲੋਕੇਸ਼ਨ, ਆਪਾਂ ਨੂੰ ਕੀਵਰਡ ਮਿਲਦਾ ਹੈਗਾ, ਏਅਰ ਵੀ ਮਿਲ ਗਿਆ, ਏਅਰ ਬਲੂਨ ਸੀ, ਹੈ ਨਾ, ਆਪਣੀ ਇੱਥੇ ਗੱਲ ਹੋ ਰਹੀ ਸੀਗੀ। ਅਤੇ ਫਲਾਈ ਦੇ ਨਾਲ ਆਪਾਂ ਕੋਸ਼ਿਸ਼ ਕਰਦੇ ਆਪਾਂ ਨੂੰ ਕੁਛ ਮਿਲ ਜਾਵੇ। ਦੇਖੋ, ਫਲਾਈ ਐਂਡ ਟਰੈਵਲ, ਫਲਾਈ ਮੀਨਿੰਗ ਨਹੀਂ ਸੇਮ ਹੈਗਾ ਫਲਾਈ ਅਤੇ ਟਰੈਵਲ ਦਾ, ਠੀਕ ਆ। ਬਟ ਉਹਨਾਂ ਨੇ ਇਹ ਕਹਿਣਾ ਕਿ ਜਾਣੀ ਕਿ ਉਹ ਫਲਾਈ ਏਅਰ ਬਲੂਨ ਦੀ ਉੱਥੇ ਡਾਇਰੈਕਟ ਗੱਲ ਕੀਤੀ ਹੈ ਅਤੇ ਇੱਥੇ ਆਪਾਂ ਨੂੰ ਟਰੈਵਲ ਦੇ ਦਿੱਤਾ, ਥੋੜ੍ਹਾ ਜਿਹਾ ਕਨਫਿਊਜ਼ ਕਰਨ ਲਈ ਟਰੈਵਲ ਦੇ ਦਿੱਤਾ, ਠੀਕ ਆ। ਸੋ ਆਪਾਂ ਇੱਥੇ ਜਿਹੜਾ ਫਲਾਈ ਦਾ ਟਰੈਵਲ ਲੈ ਲਿਆ। ਸਮਟਾਈਮ ਜਿਹੜੇ ਕੁਐਸਚਨ ਵਰਡਸ ਹੁੰਦੇ ਆ ਨਾ, ਕੀਵਰਡ, ਉਹ ਮਤਲਬ ਕਿ ਸਿਨੋਨਿਮ 'ਚ ਵੀ ਮਿਲ ਜਾਂਦੇ ਆ ਆਪਾਂ ਨੂੰ। ਸੋ ਆਪਾਂ ਇਹ ਵੀ ਦੇਖ ਲੈਣਾ, ਥੋੜ੍ਹਾ ਜਿਹਾ ਧਿਆਨ ਰੱਖਣਾ। ਆਪਾਂ ਨੂੰ ਪਤਾ ਲੱਗਿਆ ਲੋਕੇਸ਼ਨ ਤਾਂ ਆਪਣੀ ਇੱਥੋਂ ਲੈ ਕੇ ਇੱਥੋਂ ਤੱਕ ਆ। ਹੁਣ ਆਪਾਂ ਨੂੰ ਇੰਨਾ ਪੜ੍ਹਨਾ ਪਊਗਾ, ਆਪਾਂ ਜਸਟ ਦੇਖ ਲਈਏ ਆਪਾਂ ਨੂੰ ਕਿੱਥੋਂ ਪੜ੍ਹਨਾ, ਕੀ ਹੈ ਨਾ, ਕਿੰਨਾ ਕੁ ਪੜ੍ਹਨਾ, ਇੱਥੇ ਤਾਂ ਬਹੁਤ ਜ਼ਿਆਦਾ ਟਾਈਮ ਲੱਗੂ। ਹੁਣ ਦੇਖ ਲਈ, ਫਸਟ ਆਪਾਂ ਨੂੰ ਐਫਰਟਸ ਟੂ ਫਰੈਂਚ, ਹੈ ਨਾ, ਉਹਨਾਂ ਦੀ ਗੱਲ ਹੋ ਰਹੀ ਆ, ਬ੍ਰਦਰਸ ਦੀ। ਤਾਂ ਕੋਜ਼ ਯੂਜ਼ਿੰਗ ਦਿਸ ਮੈਨੇਜ ਲਿਫਟ ਸਮਾਲ ਸਕਿਲ ਬਲੂਨ। ਆਪਾਂ ਨੂੰ ਪਤਾ ਲੱਗ ਗਿਆ ਵੀ ਇੱਥੇ, ਹੈ ਨਾ, ਉਹਦੇ ਟਰੈਵਲ ਦੀ ਗੱਲ ਨਹੀਂ ਕੋਈ ਵੀ ਹੋ ਰਹੀ ਇੰਨੇ ਵਿੱਚ ਤਾਂ, ਠੀਕ ਆ। ਨੈਕਸਟ ਆਪਾਂ ਫਿਰ ਦੇਖ ਲਈਏ ਕਿ ਉਹਦੇ ਟਰੈਵਲ ਦੀ ਗੱਲ ਨਹੀਂ, ਆਪਾਂ ਨੂੰ ਟਰੈਵਲ ਵਰਡ ਜਸਟ ਇੱਥੇ ਮਿਲਿਆ, ਹੈ ਨਾ, ਅਤੇ ਆਪਾਂ ਗੱਲ ਵੀ ਕੁਐਸਚਨ ਦੇ ਵਿੱਚ ਟਰੈਵਲ ਦੀ ਕਰ ਰਹੇ ਨੇ ਕਿ ਉਹਨਾਂ ਨੇ ਟਰੈਵਲ ਕੀਤਾ ਸੀ ਜਾਂ ਨਹੀਂ ਕੀਤਾ ਸੀ। ਸੋ ਆਪਾਂ ਇਹ ਨਹੀਂ ਇੰਨਾ ਪੜ੍ਹਨਾ ਹੈਗਾ, ਆਪਾਂ ਜਸਟ ਇੱਥੇ ਦੇਖਦੇ ਹਾਂ, ਠੀਕ ਆ।
ਆਪਾਂ ਨੂੰ ਟਰੈਵਲ ਇੱਥੇ ਮਿਲ ਗਿਆ। ਆਪਾਂ ਫੁੱਲ ਸਟਾਪ ਤੋਂ ਪੜ੍ਹ ਲੈਂਦੇ ਹਾਂ। ਫੁੱਲ ਸਟਾਪ ਆਪਾਂ ਨੂੰ ਕਿੱਥੇ ਲਾਸਟ ਮਿਲਦਾ, ਇੱਥੇ ਮਿਲ ਗਿਆ, ਠੀਕ ਆ। ਕੈਰਿੰਗ ਪੈਸੈਂਜਰ, ਦੇਖੋ ਪੈਸੈਂਜਰ ਵਰਡ ਵੀ ਆਪਣਾ ਮੈਚਿੰਗ ਹੋ ਰਿਹਾ, ਕਿਉਂਕਿ ਜਾਣੀ ਕਿ ਪੈਸੈਂਜਰ ਹੀ ਹੋਏ ਨਾ ਜਿਨ੍ਹਾਂ ਨੇ ਉਹ ਕੀਤਾ, ਕਿ ਉਹ ਪਹਿਲੇ ਪੈਸੈਂਜਰ ਸੀ, ਠੀਕ ਆ। ਦੇਖੋ ਆਪਣਾ ਕੀਵਰਡ ਇੱਥੇ ਸੀਗਾ, ਇਨੀਸ਼ੀਅਲ ਫਲਾਈਟਸ ਵਰ ਟ੍ਰੇਲਡ ਬਾਈ ਐਨੀਮਲਸ, ਠੀਕ ਆ। ਪਹਿਲਾਂ ਐਨੀਮਲਸ 'ਤੇ ਐਕਸਪੈਰੀਮੈਂਟ ਜੋ ਵੀ ਹੈ ਕੁਛ ਹੋਇਆ ਸੀ, ਬਟ ਆਫਟਰ ਦਾ ਸਕਸੈਸ ਆਫ ਦੀਜ਼ ਵੋਏਜਿਸ 2 ਪੈਸੈਂਜਰ, ਠੀਕ ਆ, 2 ਪੈਸੈਂਜਰ ਕਿਹੜੇ ਸੀਗੇ, ਜੀਨ ਫ੍ਰੈਂਕੋਸ ਨਾਮ ਦਿੱਤੇ ਗਏ ਹੈਗੇ, ਐਂਡ ਫ੍ਰੈਂਕੋਸਿਸ ਲੌਰੈਂਡ ਅਰਲੈਂਡਸ ਵੀਆਰ ਸੈਟ ਅਪ ਇਨ ਆ ਬਲੂਨ ਵਿਚ ਟਰੈਵਲ ਅਕਰੋਸ ਪੈਰਿਸ ਫॉर 29 ਮਿੰਟਸ। ਆਪਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਕੀਤਾ ਸੀ ਹੈ ਨਾ ਟਰੈਵਲ, ਜਾਣੀ ਕਿ ਉਹ ਫਸਟ ਟਾਈਮ ਉਹ ਗਏ ਸੀਗੇ ਜਦੋਂ ਵੀ ਐਕਸਪੈਰੀਮੈਂਟ ਹੋ ਗਿਆ ਸੀ ਨਾ ਵੀ ਹਾਂਜੀ ਇਹ ਜਿਹੜਾ ਹੈਗਾ ਗਾ ਹੌਟ ਏਅਰ ਬਲੂਨ ਕੰਮ ਕਰਨ ਲੱਗ ਗਿਆ ਹੈ ਨਾ ਐਨੀਮਲਸ, ਅਤੇ ਪੀਪਲ ਜਿਹੜੇ ਸੀਗੇ ਉਹ ਪਹਿਲੇ ਸੀਗੇ ਇਹ ਜਿਹੜੇ ਗਏ ਸੀ। ਹੁਣ ਆਪਾਂ ਨਾਂ ਮੈਚ ਕਰ ਲਈਏ ਵੀ ਕੀ ਬ੍ਰਦਰਸ ਦਾ ਨਾਂ ਹੀ ਤਾਂ ਨਹੀਂ ਹੈਗਾ ਗਾ। ਦੇਖੋ ਆਪਾਂ ਨੂੰ ਫਸਟ ਵਿੱਚ ਨਾਮ ਦਿੱਤੇ ਗਏ ਆ ਬ੍ਰਦਰਸ ਦੇ, ਜੋਸਿਫ, ਠੀਕ ਆ, ਐਂਡ ਇਲੈਨੇ, ਠੀਕ ਆ। ਦੋਨਾਂ ਬ੍ਰਦਰਸ ਦੀ ਗੱਲ ਕੀਤੀ ਗਈ ਹੈ ਪਰ ਨਾਮ ਨਹੀਂ ਮੈਚ ਕਰਦੇ। ਸੋ ਉਹਨਾਂ ਨੇ ਐਫਰਟਸ ਕੀਤੇ ਸੀ, ਬਣਾਇਆ ਸੀ, ਪਰ ਜਿਨ੍ਹਾਂ ਨੇ ਮਤਲਬ ਟਰੈਵਲ ਕੀਤਾ ਨਾ ਫਸਟ ਉਹ ਹੋਰ 2 ਸੀਗੇ। ਦੇਖੋ ਆਪਣੀ ਲੋਕੇਸ਼ਨ ਕੀ ਕਹਿ ਰਹੀ ਸੀ ਕਿ ਆਪਣਾ ਕੁਐਸਚਨ ਆਪਣਾ ਇਹ ਕਹਿ ਰਿਹਾ ਸੀਗਾ ਕਿ ਉਹਨਾਂ ਨੇ ਬਣਾਇਆ, ਮਤਲਬ ਕਿ ਉਹਨਾਂ ਨੇ ਟਰੈਵਲ ਕੀਤਾ ਸੀ ਪਹਿਲਾਂ, ਪਰ ਇੱਥੇ ਉਹ ਕਹਿ ਰਹੇ ਉਹਨਾਂ ਨੇ ਜਸਟ ਐਫਰਟਸ ਕੀਤੇ ਸੀ ਉਹਨੂੰ ਬਣਾਉਣ ਵਿੱਚ, ਪਰ ਟਰੈਵਲ ਕਿਸੇ ਹੋਰ ਨੇ ਕੀਤਾ ਸੀਗਾ। ਸੋ ਆਪਣਾ ਕੌਂਟਰਾਡਿਕਟ ਕਰ ਗਈ, ਜਦੋਂ ਆਪਣੀ ਕੌਂਟਰਾਡਿਕਟ ਕਰਦੀ ਹੈ ਤਾਂ ਸੋ ਆਪਣਾ ਆਨਸਰ ਆ ਜਾਂਦਾ ਫਾਲਸ, ਠੀਕ ਆ। ਨੈਕਸਟ ਆਪਣੇ ਕੋਲ ਹੈਗਾ ਹੌਟ ਏਅਰ ਬਲੂਨਿੰਗ ਬਿਕਮ ਲੈਸ ਪਪੂਲਰ ਇਨ ਦਾ ਲੇਟ 18th ਸੈਂਚੁਰੀ। ਜਿਹੜੀ ਉਹ ਕਹਿੰਦੇ 18ਵੀਂ ਸੈਂਚੁਰੀ ਦੇ ਵਿੱਚ ਨਾ ਉਹ ਜਾਣੀ ਕਿ ਲੈਸ ਪਪੂਲਰ ਬਣ ਗਈ ਸੀਗੀ ਹੌਟ ਏਅਰ ਬਲੂਨਿੰਗ, ਠੀਕ ਆ। ਹੁਣ ਆਪਾਂ ਦੇਖਦੇ ਹਾਂ, ਜਸਟ ਆਪਾਂ ਕੀਵਰਡ ਪਿਕਅਪ ਕਰਨੇ ਹਾਂ, ਫਿਰ ਆਪਣੀ ਟਿਪ ਉਹੀ ਅਪਲਾਈ ਹੋਏਗੀ। ਹੌਟ ਏਅਰ ਬਲੂਨਿੰਗ, ਆਪਾਂ ਫਸਟ ਕੀਵਰਡ ਲੈਣਾ ਹੈਗਾ ਪਪੂਲਰ, ਠੀਕ ਆ। ਆਪਾਂ ਨੂੰ ਮਿਲ ਗਿਆ ਪਪੂਲਰ, ਐਂਡ ਮੇਨ ਜਿਹੜੀ 18th ਸੈਂਚੁਰੀ, ਚਾਹੇ ਨੰਬਰਸ 'ਚ ਹੋਵੇ ਹੈ ਨਾ ਚਾਹੇ ਵਰਡਸ 'ਚ, ਆਪਾਂ ਬਿਲਕੁਲ ਧਿਆਨ ਰੱਖਣਾ ਹੈ ਕਿ ਜੇ ਆਪਾਂ ਨੂੰ ਇਹ ਮਿਲਦਾ, ਆਪਾਂ ਨੂੰ ਲੋਕੇਸ਼ਨ ਬਹੁਤ ਜ਼ਿਆਦਾ ਮਤਲਬ ਕਿ ਜੇ ਕੋਈ ਹੈ ਨਾ ਈਸਵੀ ਮਿਲਦੀ ਹੈ ਜਾਂ ਕੋਈ ਸਨ ਮਿਲਦਾ ਜਾਂ ਕੁਛ ਵੀ ਨੰਬਰਸ 'ਚ ਆਪਾਂ ਨੂੰ ਕੋਈ ਗੱਲ ਮਿਲਦੀ ਹੈਗੀ ਤਾਂ ਬਹੁਤ ਜ਼ਿਆਦਾ ਈਜ਼ੀ ਹੋ ਜਾਂਦਾ ਲੋਕੇਸ਼ਨ ਮਿਲਣਾ। 18th ਸੈਂਚੁਰੀ 'ਤੇ ਚੱਲਦੇ ਹਾਂ, ਜਸਟ ਲੇਟ 18th ਸੈਂਚੁਰੀ ਆਪਾਂ ਇਹ ਵੀ ਧਿਆਨ ਰੱਖਣਾ, ਠੀਕ ਆ। ਲੇਟ 18th ਸੈਂਚੁਰੀ, ਦੇਖੋ ਹੁਣ ਆਪਾਂ ਨੂੰ ਕਿੱਥੇ ਮਿਲਦਾ। ਦੇਖੋ ਹੁਣ ਆਪਾਂ ਇੱਕ ਇੱਥੇ ਟਿਪ ਦੀ ਮੈਂ ਗੱਲ ਕਰਨਾ ਚਾਹੁੰਦੀ ਹਾਂ, ਜੇ ਆਪਣਾ ਹੁਣ ਦੇਖੋ ਇੱਥੋਂ ਤੱਕ ਹੋ ਗਿਆ ਨਾ, ਇੰਨਾ ਆਪਾਂ ਪੜ੍ਹ ਲਿਆ ਸੀਗਾ। ਹੁਣ ਆਪਾਂ ਜੇ ਸੋਚੀਏ ਨਾ ਵੀ ਜਿਹੜਾ ਸੈਕਿੰਡ ਵਾਲਾ ਉਹ ਉੱਪਰ, ਉਹ ਲੋੜ ਹੀ ਨਹੀਂ ਹੈਗੀ, ਆਉਣਾ ਹੀ ਨਹੀਂ ਇੱਥੇ, ਠੀਕ ਆ, ਆਉਣਾ ਨਹੀਂ ਗਾ, ਆਪਾਂ ਜਸਟ ਨੀਚੇ ਹੀ ਦੇਖਣਾ ਵਾ। ਦੇਖੋ ਆਪਾਂ ਨੂੰ ਕਿੱਥੇ ਮਿਲਦਾ, ਪਪੂਲਰ ਦੇਖਣਾ ਸੀਗਾ ਆਪਾਂ ਨਾ, ਦੇਖੋ ਪਪੂਲਰਿਟੀ ਮਿਲ ਗਿਆ, ਠੀਕ ਆ, ਸੇਮ ਵਰਡ ਮਿਲ ਗਿਆ ਅਤੇ ਆਪਾਂ ਨੂੰ ਇਸ ਵੀ ਮਿਲ ਗਿਆ, ਠੀਕ ਆ। ਉੱਥੇ ਲੇਟ 18th ਸੈਂਚੁਰੀ ਦੀ ਗੱਲ ਕੀਤੀ ਹੋਈ ਸੀ ਨਾ, ਤਾਂ ਇਹਨੂੰ ਆਪਾਂ ਲੇਟ 18th ਸੈਂਚੁਰੀ ਬੋਲਾਂਗੇ, ਠੀਕ ਆ, 1785 ਨੂੰ। ਜੇਕਰ ਤੁਹਾਨੂੰ ਕੋਈ ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਨਾ ਵੀ ਨਹੀਂ ਸਮਝ ਆਉਂਦਾ ਕਿ ਆਪਾਂ ਨੂੰ ਕਿਹਨੂੰ ਲੇਟ, ਜੇ ਕੋਈ ਹੈਗੀ ਪ੍ਰੋਬਲਮ ਨਹੀਂ ਪਤਾ ਗਾ ਵੀ ਕਿਹੜੇ ਨੂੰ ਆਪਾਂ ਕਿਵੇਂ ਸਮਝਦੇ ਹਾਂ, ਕਿੱਦਾਂ ਇਹ ਹੁੰਦਾ ਹੈ ਨਾ, ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ, ਤਾਂ ਮੈਂ ਤੁਹਾਨੂੰ ਬਿਲਕੁਲ 2-3 ਮਿੰਟ ਦੀ ਵੀਡੀਓਜ਼ ਦੇ ਵਿੱਚ ਇਹ ਸਾਰਾ ਸਮਝਾ ਦੂੰਗੀ, ਠੀਕ ਆ। ਵੈਸੇ ਹੁਣ ਆਰਟਸ ਦੇ ਸਟੂਡੈਂਟ ਆ ਤਾਂ ਬਹੁਤ ਸਾਰੇ ਬੱਚਿਆਂ ਨੂੰ ਤਾਂ ਪਤਾ ਹੀ ਹੋਊਗਾ, ਠੀਕ ਆ। ਲੇਟ 18th ਸੈਂਚੁਰੀ ਦੀ ਗੱਲ ਹੋ ਰਹੀ ਆ, ਆਪਾਂ ਇੱਥੋਂ ਪੜ੍ਹ ਲੈਣੇ ਹੈਗੇ ਆ। The discovery of hydrogen fueled flights lead to death in 1785 of Plato, a tragedy which caused a downfall in popularity of hot air ballooning, ਠੀਕ ਆ। ਇੱਥੋਂ ਤੱਕ ਆਪਾਂ ਨੂੰ ਪਤਾ ਲੱਗ ਗਿਆ ਡਾਊਨਫਾਲ ਦਾ ਮਤਲਬ ਕੀ ਹੁੰਦਾ, ਜਾਨੀ ਲੈਸ ਹੋ ਗਈ ਨਾ, ਘੱਟ ਗਈ, ਉਹਦੇ 'ਚ ਜਾਨੀ ਕਿ ਉਹਦੀ ਪੋਪੂਲਰਿਟੀ ਵਿੱਚ ਘਾਟਾ ਪੈ ਗਿਆ। ਸੋ ਆਪਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ, ਜਿਹੜੀ ਨੈਕਸਟ ਲੈਣਾ ਜਸਟ ਆਪਾਂ ਨੂੰ ਉਹਨੇ ਕਹਿ ਤਾ ਆਪਾਂ ਨੂੰ ਈਸਵੀ ਮਿਲ ਗਈ, ਇਹ ਪਤਾ ਲੱਗ ਗਿਆ ਹੈ ਨਾ, ਅਤੇ ਆਪਾਂ ਨੂੰ ਕੋਈ ਕਿਸੇ ਚੀਜ਼ ਦੇ ਕਰਕੇ ਹੈ ਨਾ, ਕਿਸੇ ਡੈਥ ਦੇ ਕਰਕੇ ਕੁਛ ਵੀ ਆ, ਆਪਾਂ ਉਹਦੇ ਵਿੱਚ ਜਿਹੜਾ ਸੀਗਾ ਡਾਊਨਫਾਲ ਆ ਗਿਆ। ਆਪਣੀ ਤਾਂ ਗੱਲ ਇੰਨੀ ਹੈ ਨਾ ਕਿ ਡਾਊਨਫਾਲ ਆਇਆ ਸੀ ਜਾਂ ਨਹੀਂ ਆਇਆ ਸੀ, ਠੀਕ ਆ। ਜਿਹੜੀ ਇਨਫੋਰਮੇਸ਼ਨ ਬਿਲਕੁਲ ਮੈਚ ਕਰ ਗਈ, ਸੋ ਆਪਣਾ ਆਨਸਰ ਕੀ ਹੋਊਗਾ, ਟਰੂ। ਹੁਣ ਆਪਾਂ ਦੇਖਦੇ ਹਾਂ ਨੈਕਸਟ ਕੀ ਆ। The largest hot air balloon had a capacity of over 75,000 cubic meters। ਇੱਕ ਜਿਹੜਾ ਲਾਰਜੈਸਟ ਹੌਟ ਏਅਰ ਬਲੂਨ ਹੁੰਦਾ ਨਾ, ਉਹਦੇ ਕੋਲ ਕਪੈਸਿਟੀ ਕਿੰਨੀ ਹੁੰਦੀ ਆ, ਆਪਾਂ ਜਸਟ ਕਪੈਸਿਟੀ ਦੇਖਣੀ, ਆਪਾਂ ਨੂੰ ਨਹੀਂ ਪਤਾ ਇਹ ਕਿਹੜੀ ਕਪੈਸਿਟੀ ਦੀ ਗੱਲ ਕਰ ਰਹੇ, ਜਸਟ ਆਪਾਂ ਇਹ ਦੇਖਣਾ ਹੈਗਾ। ਆਪਣੇ ਕੋਲ ਨੰਬਰਸ ਆ ਗਏ, ਨੰਬਰ ਆਪਣੀ ਲੋਕੇਸ਼ਨ ਫਾਈਂਡ ਕਰਨ 'ਚ ਬਹੁਤ ਜ਼ਿਆਦਾ ਮਤਲਬ ਹੈਲਪ ਕਰਦਾ ਹੈਗਾ ਗਾ।
ਆਪਾਂ ਦੇਖਣਾ ਜੇ ਕਿਤੇ ਆਪਾਂ ਨੂੰ ਨੰਬਰ ਮਿਲਦਾ ਹੋਇਆ ਲੋਕੇਸ਼ਨ ਵਿੱਚ, ਤੇ ਹੋਰ ਆਪਾਂ ਧਿਆਨ ਕੀ ਰੱਖਣਾ ਕਿ ਲਾਰਜੈਸਟ ਧਿਆਨ ਰੱਖਣਾ, ਇੱਕ ਕਪੈਸਿਟੀ ਐਂਡ ਕਿਊਬਿਕ ਮੀਟਰਸ ਮੇਨ ਗੱਲ ਹੋ ਸਕਦੀ ਆ। ਇੱਥੇ ਨੰਬਰ ਹੈ ਬਟ ਇੱਥੇ ਨੰਬਰ ਥੋੜ੍ਹਾ ਜਿਹਾ ਆਪਾਂ ਨੂੰ ਇਸ ਕਰਕੇ ਦਿੱਤਾ ਹੋਇਆ ਨਾ 75,000 ਹੈ ਨਾ ਕਿਊਬਿਕ ਮੀਟਰ, ਸ਼ਾਇਦ ਹੋ ਸਕਦਾ ਹੈ ਨਾ ਇਸ ਤੋਂ ਵੱਧ ਹੋਵੇ ਜਾਂ ਇਹਦੇ ਜਿੰਨਾ ਹੀ ਹੋਵੇ, ਅਤੇ ਫਿਰ ਜੇ ਵੱਧ ਹੋਇਆ ਫਿਰ ਇਹ ਆਪਾਂ ਨੂੰ ਸੇਮ ਨਹੀਂ ਮਿਲਣਾ, ਜੇ ਇਹ ਤੋਂ ਘੱਟ ਹੋਇਆ ਫਿਰ ਵੀ ਆਪਾਂ ਨੂੰ ਸੇਮ ਨਹੀਂ ਮਿਲਣਾ। ਸੋ ਦੈਟਸ ਵਾਈ ਆਪਾਂ ਨਾਲ ਕਿਊਬਿਕ ਮੀਟਰਸ ਐਂਡ ਕਪੈਸਿਟੀ ਦਾ ਵੀ ਧਿਆਨ ਰੱਖਣਾ, ਠੀਕ ਆ। ਹੁਣ ਜਸਟ ਆਪਾਂ ਜਾਂਦੇ ਹਾਂ ਪੈਸਿਸ 'ਚ। ਦੇਖੋ ਫਿਰ ਉਹੀ ਗੱਲ ਆਪਾਂ ਨੂੰ ਇੱਥੋਂ ਹੋ ਗਿਆ ਆਪਣਾ, ਹੁਣ ਉੱਪਰ ਜਾਣ ਦੀ ਤਾਂ ਕੋਈ ਲੋੜ ਨਹੀਂ ਪੈਸਿਸ ਦੇ ਵਿੱਚ, ਆਪਾਂ ਨੀਚੇ ਹੀ ਗੱਲ ਕਰਨੀ ਹੈਗੀ ਆ। ਦੇਖੋ ਆਪਾਂ ਨੂੰ ਕਿੱਥੇ ਮਿਲਦਾ ਹੈਗਾ, ਕਿਊਬਿਕ ਮੀਟਰਸ ਮਿਲ ਗਿਆ, ਲੋਕੇਸ਼ਨ ਤਾਂ ਮਿਲ ਗਈ ਹੈ ਨਾ। ਹੁਣ ਆਪਾਂ ਦੇਖ ਲਈਏ ਕਿ ਆਨਸਰ ਕਿੱਥੇ ਲੁਕਿਆ ਆਪਣਾ। ਐਟ ਦ ਟਾਈਮ ਦਿਸ ਬਲੂਨ ਵਾਜ਼ ਦ ਲਾਰਜੈਸਟ, ਦੇਖੋ ਲਾਰਜੈਸਟ ਵੀ ਮਿਲ ਗਿਆ ਪਰ ਹੈ ਨਾ, ਐਵਰ ਕੰਸਟਰਕਟਡ ਐਟ 65,000 ਕਿਊਬਿਕ ਮੀਟਰਸ। ਕਿੰਨਾ ਉੱਥੇ ਕਿਹਾ ਸੀ ਉਹਨਾਂ ਨੇ ਆਪਾਂ ਨੂੰ 75,000 ਕਿਹਾ ਸੀ, ਇੱਥੇ ਉਹਨਾਂ ਨੇ 65,000 ਕਹਿਤਾ, ਜਿਹੜਾ ਆਪਣਾ ਕੰਟਰਾਡਿਕਟ ਕਰ ਗਈ ਨਾ, ਉਹਦੇ ਨਾਲ ਮੈਚ ਨਹੀਂ ਕੀਤੀ। ਜੇ ਇੱਥੇ ਉਹਨਾਂ ਨੇ 75 ਹੀ ਕਿਹਾ ਹੁੰਦਾ ਤਾਂ ਆਪਣੀ ਹੈ ਨਾ ਜਾਣੀ ਇਨਫੋਰਮੇਸ਼ਨ ਮੈਚ ਹੋ ਜਾਣੀ ਸੀ। ਯੈਸ, ਜੇ ਉਹਨਾਂ ਨੇ ਦਿੱਤਾ ਹੀ ਨਾ ਹੁੰਦਾ ਇੱਥੇ ਤਾਂ ਫਿਰ ਆਪਣਾ ਸੀਗਾ ਨਾਟ ਗਿਵਨ ਹੋ ਜਾਣਾ। ਸੋ ਹੁਣ ਆਪਣੀ ਜਿਹੜੀ ਕੰਟਰਾਡਿਕਟ ਕਰ ਗਈ, ਬਿਲਕੁਲ ਸਿੱਧਾ ਦਿੱਤਾ ਹੋਇਆ ਜਿਹੜਾ ਲਾਰਜੈਸਟ ਆ ਉਹਦੇ ਕੋਲ 65,000 ਦੀ ਉਹ ਕੈਪੈਸਿਟੀ ਹੁੰਦੀ ਆ, ਅਤੇ ਜਿਹੜਾ ਕੁਐਸਚਨ ਵਿੱਚ ਉਹਨਾਂ ਨੇ ਕਿਹਾ ਸੀ ਉਹ ਕਹਿੰਦੇ ਸੀ ਕਿ 75 ਦੀ ਹੁੰਦੀ ਆ। ਸੋ ਆਪਣਾ ਆ ਗਿਆ ਆਨਸਰ ਫਾਲਸ। ਠੀਕ ਆ, ਥਰਡ ਆਪਣਾ ਫਾਲਸ ਹੋ ਗਿਆ। ਲਾਸਟ ਬਚਿਆ, ਆਪਾਂ ਲਾਸਟ ਦੀ ਗੱਲ ਕਰਦੇ ਹੈਗੇ ਆ। ਮੈਂਬਰਸ਼ਿਪ ਆਫ ਦ BFA ਇਜ਼ ਓਨਲੀ ਓਪਨ ਟੂ ਪੀਪਲ ਇਨ ਅਮੈਰੀਕਾ। ਜਸਟ 2 ਕੀਵਰਡ ਲੈਣੇ ਆਪਾਂ, BFA ਐਂਡ ਅਮੈਰੀਕਾ, ਠੀਕ ਆ। ਚਲਦੇ ਹਾਂ ਹੁਣ ਆਪਾਂ ਪੈਸਿਜ 'ਚ। ਲੋ ਦੇਖੋ ਆਪਾਂ ਨੂੰ ਅਮੈਰੀਕਾ ਤਾਂ ਇੱਥੇ ਮਿਲ ਗਿਆ, ਥੋੜ੍ਹਾ ਜਿਹਾ ਜ਼ੂਮ ਕਰ ਦਈਏ। ਅਮੈਰੀਕਾ ਮਿਲ ਗਿਆ ਆਪਾਂ ਨੂੰ, ਅਤੇ ਆਪਣਾ ਮੇਨ ਕੀਵਰਡ ਸੀਗਾ BFA। ਦੇਖੋ BFA ਇਹ ਵੀ ਮਿਲ ਗਿਆ ਆਪਾਂ ਨੂੰ। ਹੁਣ ਆਪਾਂ ਦੇਖ ਲਈਏ, ਪੜ੍ਹਦੇ ਹਾਂ, ਇੱਥੋਂ ਸਟਾਰਟ ਕਰਦੇ ਹਾਂ ਕਿਉਂਕਿ ਆਪਣਾ ਅਮੈਰੀਕਾ ਇੱਥੇ ਮਿਲਿਆ ਅਤੇ ਫੁੱਲ ਸਟਾਪ ਇਸ ਤੋਂ ਅੱਗੇ ਕੋਈ ਨਹੀਂ ਹੈਗਾ। ਸੋ ਆਪਣਾ ਸਟਾਰਟਿੰਗ ਦੀ ਲਾਈਨ ਸਟਾਰਟ ਹੋ ਗਈ। ਵਨ ਆਫ ਦ ਲਾਰਜੈਸਟ ਹੌਟ ਏਅਰ ਬਲੂਨ ਆਰਗੇਨਾਈਜੇਸ਼ਨ, ਜਿਹੜੀ ਆਰਗੇਨਾਈਜੇਸ਼ਨ ਆ ਲਾਰਜੈਸਟ ਬਲੂਨ ਦੀ, ਠੀਕ ਆ, ਇਜ਼ ਦ ਬਲੂਨ ਫੈਡਰੇਸ਼ਨ ਆਫ ਅਮੈਰੀਕਾ ਦੀ ਆਰਗੇਨਾਈਜੇਸ਼ਨ, ਠੀਕ ਆ। ਇੱਕ ਗੱਲ ਹੋ ਗਈ। ਫਾਊਂਡਡ ਕਿੰਨੇ ਵਿੱਚ ਹੋਈ ਸੀਗੀ? 1961 ਵਿੱਚ ਹੋਈ ਸੀਗੀ, 1961 ਵਿੱਚ ਉਹ ਫਾਊਂਡ ਹੋਈ ਸੀਗੀ। ਮੈਂਬਰਸ਼ਿਪ ਇਨ ਦ BFA ਅਟੈਕਸ ਦੂਜ਼ ਵਿਦ ਦਾ ਫੈਸੀਨੇਸ਼ਨ ਵਿਦ ਬਲੂਨਿੰਗ ਔਰ ਲਾਈਟਰ ਦੈਨ ਏਅਰ ਫਲਾਈਟਸ, ਠੀਕ ਆ। ਇੱਥੋਂ ਤੱਕ ਆਪਣੀ ਗੱਲ ਹੋ ਗਈ। ਨੈਕਸਟ ਇਹਨਾਂ ਨੇ ਉਹਦੀ ਕੋਈ ਗੱਲ ਨਹੀਂ ਕੀਤੀ ਹੈਗੀ ਆਪਾਂ ਨੂੰ। ਇੱਥੇ ਉਹਨਾਂ ਨੇ ਦੱਸਤਾ, ਉਹ ਕਹਿੰਦੇ ਵੀ ਇੱਕ ਤਾਂ ਉਹਨਾਂ ਨੇ ਆਪਣੀ ਇਹ ਗੱਲ ਕਹਿਤੀ ਵੀ ਲਾਰਜੈਸਟ ਜਿਹੜੀ ਆਰਗੇਨਾਈਜੇਸ਼ਨ ਉਹ ਅਮੈਰੀਕਾ ਦੀ ਹੈ, ਠੀਕ ਆ। ਦੂਸਰੀ ਗੱਲ 'ਚ ਉਹਨਾਂ ਨੇ ਆਪਣੇ ਇਹ ਗੱਲ ਕਹਿ ਤਾ ਕਿ ਉਹ ਜਿਹੜੀ ਹੈਗੀ ਆ ਅਟੈਕਸ ਕਰਦੀ ਹੈ ਪੀਪਲ ਨੂੰ, ਹੈ ਨਾ, ਜਿਹੜੇ ਫੈਸੀਨੇਸ਼ਨ ਹੁੰਦੀ ਆ ਵਿਦ ਬਲੂਨਿੰਗ, ਠੀਕ ਆ, ਜਿਹਨਾਂ ਨੂੰ ਇੰਟਰਸਟ ਹੁੰਦਾ ਬਲੂਨਿੰਗ ਵਿੱਚ, ਠੀਕ ਆ, ਉਹਨਾਂ ਵਿੱਚ। ਇੱਥੇ ਆਪਾਂ ਨੂੰ ਉਹਨਾਂ ਨੇ ਕਿਤੇ ਵੀ ਦੱਸਿਆ ਕੰਟਰੀ ਕਿਹੜੀ ਆ। ਹੁਣ ਲੋਕੇਸ਼ਨ ਤਾਂ ਆਪਾਂ ਨੂੰ ਮਿਲ ਗਈ, ਗੱਲ ਵੀ ਹੋ ਗਈ, ਅਮੈਰੀਕਾ ਦੀ ਵੀ ਗੱਲ ਹੋ ਗਈ, ਬਲੂਨ ਦੀ ਵੀ ਗੱਲ ਹੋ ਗਈ, ਹੈ ਨਾ, BFA ਦੀ ਵੀ ਗੱਲ ਹੋ ਗਈ, ਅਤੇ ਕੀ ਆਪਾਂ ਉਹਨਾਂ ਨੂੰ ਫਾਲਸ ਲਾ ਦਾਂਗੇ? ਬਿਲਕੁਲ ਨਹੀਂ, ਕਿਉਂਕਿ ਆਪਾਂ ਨੂੰ ਉਹਨਾਂ ਨੇ ਕੰਟਰੀ ਦੱਸੀ ਹੋਰ, ਜਾਂ ਇੱਦਾਂ ਕਿ ਇੰਡੀਆ ਵਿੱਚ, ਹੈ ਨਾ, ਇੰਡੀਆ ਦੇ ਪੀਪਲਸ ਨੂੰ ਇਹ ਜਾਣੀ ਕਿ ਦਿੰਦੀ ਹੈਗੀ ਆ ਚਾਂਸ, ਜਾਂ ਫਿਰ ਕੈਨੇਡਾ ਨੂੰ ਦਿੰਦੀ ਆ ਨਾ, ਅਮੈਰੀਕਾ ਹੀ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਜਸਟ ਅਮੈਰੀਕਾ ਦਿੰਦੀ ਹੈ। ਜੇ ਉਹ ਕਹਿੰਦੇ ਹਾਂ ਵੀ ਅਮੈਰੀਕਾ ਦੇ ਪੀਪਲਸ ਲਈ ਹੈ ਇਕੱਲੀ, ਹੈ ਨਾ, ਤਾਂ ਆਪਣਾ ਆਨਸਰ ਟਰੂ ਆ ਜਾਣਾ। ਜੇ ਉਹ ਕਹਿੰਦੇ ਕੈਨੇਡਾ ਜਾਂ ਇੰਡੀਆ ਜਾਂ ਅਦਰ ਕੰਟਰੀ ਦੀ ਕੋਈ ਗੱਲ ਕਰਦੇ ਤਾਂ ਕੰਟਰਾਡਿਕਟ ਹੋ ਜਾਣੀ ਸੀਗੀ, ਹੈ ਨਾ, ਫਾਲਸ ਹੋ ਜਾਣੀ ਸੀ। ਹੁਣ ਲੋਕੇਸ਼ਨ ਤਾਂ ਮਿਲ ਗਈ, ਬਟ ਇਨਫੋਰਮੇਸ਼ਨ ਨਹੀਂ ਨਾ ਮਿਲ, ਜਿਹੜੀ ਆਪਣੀ ਇਨਫੋਰਮੇਸ਼ਨ ਡਾਇਰੈਕਟ ਚਾਹੀਦੀ। ਆਪਾਂ ਨੂੰ ਇਹ ਚਾਹੀਦਾ ਕਿ ਕਿਹੜੇ ਪੀਪਲਸ ਲਈ ਉਹ, ਹੈ ਨਾ, ਚਾਂਸ ਦਿੰਦੀ, ਕਿਹੜੇ ਪੀਪਲਸ ਨੂੰ, ਬਟ ਇੱਥੇ ਤਾਂ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ। ਸੋ ਆਨਸਰ ਆਪਣਾ ਨਾਟ ਗਿਵਨ। ਨਾਟ ਗਿਵਨ ਦੀ ਵੀ ਲੋਕੇਸ਼ਨ ਆਪਾਂ ਨੂੰ ਮਿਲਦੀ ਆ, ਇਨਫੋਰਮੇਸ਼ਨ ਨਹੀਂ ਮਿਲਦੀ। ਲੋਕੇਸ਼ਨ ਐਂਡ ਇਨਫੋਰਮੇਸ਼ਨ ਵਿੱਚ ਡਿਫਰੈਂਟ। ਦੇਖੋ ਭਾਈ, ਜਿਹੜੇ 4 ਕੁਐਸਚਨਸ ਆ ਕਰ ਲਏ ਅਤੇ ਬਿਲਕੁਲ ਐਕੂਰੇਸੀ ਨਾਲ ਕੀਤੇ ਆ। ਤੁਸੀਂ ਵੀ ਦੇਖੋਗੇ ਜਿਵੇਂ ਜਿਵੇਂ ਤੁਸੀਂ ਕਰਦੇ, ਤੁਹਾਨੂੰ ਜੇ ਕੋਈ ਫਾਲਸ ਆ ਤਾਂ ਫਾਲਸ ਹੀ ਲੱਗਿਆ ਹੋਣਾ, ਜੇ ਟਰੂ ਆ ਤਾਂ ਟਰੂ ਲੱਗਿਆ ਹੋਣਾ, ਨਾਟ ਗਿਵਨ ਕੋਈ ਕਨਫਿਊਜ਼ਨ ਹੋਈ ਨਹੀਂ ਹੋਊਗੀ, ਹੈ ਨਾ, ਜਿੰਨਾ ਆਪਾਂ ਡਿਟੇਲ 'ਚ ਸਮਝਿਆ। ਤੁਸੀਂ 1-2 ਵਾਰ ਇਸ ਜਿਹੜੀਆਂ ਟਿਪਸ ਨੂੰ ਜ਼ਰੂਰ ਅਪਲਾਈ ਕਰੋ। ਜੇ ਤੁਹਾਨੂੰ ਕਿਸੇ ਹੋਰ ਸੈਕਸ਼ਨ ਵਿੱਚ ਪ੍ਰੋਬਲਮ ਲਾਈਕ ਜਿੱਦਾਂ ਇਹ ਟਰੂ ਫਾਲਸ ਐਂਡ ਨਾਟ ਗਿਵਨ ਆ, ਇਸ ਚੈਨਲ 'ਤੇ ਹੋਰ ਵੀ ਮਤਲਬ ਕਿ ਇੱਕ ਵੀਡੀਓ ਹਰ ਇੱਕ ਸੈਕਸ਼ਨ ਦੀ ਬਣਾਈ ਹੋਈ ਹੈਗੀ ਆ, ਤੁਸੀਂ ਉਹ ਦੇਖ ਸਕਦੇ, ਜਿੱਦਾਂ ਲਿਸਟ ਆਫ ਹੈਡਿੰਗਸ, ਹੈ ਨਾ, ਜਾਂ ਕੋਈ ਡਾਇਗਰਾਮ ਦੇ ਕੁਐਸਚਨਸ ਹੈਗੇ ਆ, ਹੋਰ ਜੋ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਆ
MCQ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਪ੍ਰੋਬਲਮ, ਜੇ ਉਹਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਤਾਂ ਤੁਸੀਂ ਚੈਨਲ 'ਤੇ ਜਾ ਸਕਦੇ ਹੋ ਅਤੇ ਹੋਰ ਕੋਈ ਜਿਹੜੀ ਵੀਡੀਓ ਹੈ, ਜਿਹੜੀ ਵੀ ਤੁਹਾਡੀ ਜ਼ਰੂਰਤ ਹੈਗੀ ਹੈ ਤੁਹਾਨੂੰ, ਤੁਸੀਂ ਦੇਖ ਸਕਦੇ ਆ। ਤੁਹਾਨੂੰ ਜ਼ਰੂਰ ਹੈਲਪਫੁਲ ਵੀਡੀਓ ਹੋਊਗੀ ਤੁਹਾਡੇ ਲਈ। ਸੋ ਥੈਂਕ ਯੂ, ਥੈਂਕਸ ਫॉर ਵਾਚਿੰਗ। ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਲਾਈਕ ਕਰੋ ਜੇਕਰ ਵੀਡੀਓ ਪਸੰਦ ਆਈ ਹੈ ਤਾਂ। ਓਕੇ।